हाँ जी दोस्तों, स्वागत है तुहाडा सारिਆਂ ਦਾ स्टडी फाइटर्स ਦੇ ਵਿੱਚ। ਇਸ ਕਲਾਸ ਦੇ ਵਿੱਚ ਅੱਜ ਅਸੀਂ ਨੇ ਸੀਟੈਟ 2018 ਦੇ ਵਿੱਚ ਜੋ ਕੰਡਕਟ ਕਰਵਾਇਆ ਗਿਆ ਸੀ ਪੇਪਰ 2 ਦਾ क्वेश्चन पेपर डिस्कस करांगे। पंजाबी लैंग्वेज फस्ट ਨੂੰ इस क्लास ਦੇ ਵਿੱਚ डिस्कस करांगे, सैकेंड लैंग्वेज ਨੂੰ नैक्सट क्लास ਦੇ ਵਿੱਚ डिस्कस करांगे। इस तो पहला ਅਸੀਂ 2019 ਦੇ पेपर डिस्कस कर चुके ਹਾਂ। ਤਾਂ ਦੋਸਤੋ बैक टू बैक क्लासेस आ रही ਨੇ ਜਿਨ੍ਹਾਂ ਨੂੰ ਤੁਸੀਂ ਵਧੀਆ ਪਿਆਰ ਦੇ ਰਹੇ ਹੋ, ਰਿਸਪੌਂਸ ਦੇ ਰਹੇ ਹੋ। ਤਾਂ ਇਸ ਉਮੀਦ ਦੇ ਨਾਲ ਹੀ ਅਸੀਂ ਕਲਾਸਿਸ ਲਗਾਤਾਰ ਬਣਾ ਰਹੇ ਹਾਂ। ਤਾਂ ਦੋਸਤੋ ਫਸਟ ਜੋ ਕੁਐਸਚਨ ਹੈ ਆਪਣੇ ਕੋਲ 91 ਨੰਬਰ ਕੁਐਸਚਨ, ਭਾਸ਼ਾ ਦੇ ਅਧਿਆਪਨ ਵਿੱਚ ਕਮਜ਼ੋਰ ਵਿਦਿਆਰਥੀਆਂ ਲਈ ਸਭ ਤੋਂ ਚੰਗਾ ਤਰੀਕਾ ਕੀ ਹੋਏਗਾ। ਤਾਂ ਦੇਖੋ ਜੀ, ਕੁਝ ਵਿਦਿਆਰਥੀ ਨੇ ਜਿਹੜੇ ਉਹ ਕਮਜ਼ੋਰ ਨੇ, ਠੀਕ ਹੈ ਜੀ। ਤਾਂ ਤੁਸੀਂ ਕਿਹੜਾ ਤਰੀਕਾ ਅਪਣਾਓਗੇ ਉਹਨਾਂ ਨੂੰ ਮਤਲਬ ਕਿ ਵਿਕਸਿਤ ਕਰਨ ਦੇ ਲਈ, ਉਹਨਾਂ ਦੀਆਂ ਜਿਹੜੀਆਂ ਕਮਜ਼ੋਰੀਆਂ ਉਹਨਾਂ ਨੂੰ ਸੈੱਟ ਕਰਨ ਦੇ ਲਈ। ਤਾਂ ਉਹਨਾਂ ਨੂੰ ਆਪਾਂ ਕੀ ਕਰਾਂਗੇ ਜੀ, ਵਿਅਕਤੀਗਤ ਅਧਿਆਪਨ ਦਾ ਤਰੀਕਾ ਅਪਣਾਵਾਂਗੇ। ਵਿਅਕਤੀਗਤ ਦਾ ਅਰਥ ਹੋ ਜਾਂਦਾ ਹੈ ਕਿ ਇਕੱਲੇ ਨੂੰ ਪੜਾਉਣਾ, ਠੀਕ ਹੈ ਵੀ। ਉਹ ਤੇ ਇਕੱਲੇ ਤੇ ਇੰਡੀਵਿਜੂਅਲ ਧਿਆਨ ਦੇ ਕੇ ਆਪਾਂ ਕੀ ਕਰਾਂਗੇ, ਉਸ ਦੀਆਂ ਜਿਹੜੀਆਂ ਕਮਜ਼ੋਰੀਆਂ ਨੇ ਉਹਨਾਂ ਨੂੰ ਦੂਰ ਕਰਾਂਗੇ। ਇਸ ਤੋਂ ਬਾਅਦ ਨੈਕਸਟ ਪ੍ਰਸ਼ਨ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਭਾਸ਼ਾ ਅਧਿਆਪਨ ਦਾ ਉਦੇਸ਼ ਨਹੀਂ ਹੈ। ਤਾਂ ਦੇਖੋ ਜੀ, ਵਿਚਾਰਾਂ ਦੀ ਅਭਿਵਿਅਕਤੀ ਕਰਨਾ ਸਿੱਖ ਜੇ ਵਿਦਿਆਰਥੀ, ਇਹ ਉਦੇਸ਼ ਹੁੰਦਾ ਹੈ, ਠੀਕ ਹੈ। ਭਾਸ਼ਾ ਦੀ ਸਮਝ ਦੇਣਾ ਵੀ ਉਦੇਸ਼ ਹੁੰਦਾ ਹੈ, ਸਿਰਜਣਾਤਮਕਤਾ ਵੀ ਹੁੰਦਾ ਹੈ। ਜ਼ਰੂਰੀ ਤਾਂ ਨਹੀਂ ਵੀ ਨਿਪੁੰਨ ਵੀ ਬਣੇਗਾ, ਠੀਕ ਹੈ। ਸਿਰਫ ਲੇਖਣ ਦੇ ਵਿੱਚ ਨਿਪੁੰਨਤਾ ਲੈ ਕੇ ਵੀ ਉਹ ਲਿਖਣ ਦੇ ਵਿੱਚ ਨਿਪੁੰਨ ਬਣ ਜਾਏਗਾ, ਇਹ ਉਦੇਸ਼ ਨਹੀਂ ਟੀਚਰ ਲੈ ਕੇ ਚੱਲਦਾ। ਤਾਂ ਭਾਸ਼ਾ ਅਧਿਆਪਕ ਦਾ ਜਿਹੜਾ ਉਦੇਸ਼ ਹੈ ਉਹ ਸਮੁੱਚਾ ਵਿਕਾਸ ਹੁੰਦਾ ਹੈ। ਸਿਰਫ ਲੇਖਣ ਦੇ ਵਿੱਚ ਨਿਪੁੰਨ ਹੋ ਜਾਏਗਾ ਵੀ ਉਹ, ਇਹ ਉਮੀਦ ਨਹੀਂ ਉਹ ਲੈ ਕੇ ਚੱਲਦਾ, ਠੀਕ ਹੈ। ਤਾਂ ਇਸ ਤਰੀਕੇ ਨਾਲ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਨਿਪੁੰਨਤਾ ਹੋਣੀ ਜ਼ਰੂਰੀ ਹੈ ਉਸਦੀ, ਠੀਕ ਹੈ ਜੀ। ਤਾਂ ਆਪਸ਼ਨ ਥਰਡ ਸਾਡਾ ਇਸ ਤੇ ਕੀ ਹੋ ਜਾਏਗਾ, ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 92, ਭਾਸ਼ਾ ਅਧਿਆਪਨ ਦੇ ਵਸਤੂਨਿਸ਼ਟ ਮੁਲਾਂਕਣ ਲਈ ਕਿਹੜੀ ਚੀਜ਼ ਜ਼ਰੂਰੀ ਹੈ। ਤਾਂ ਵਸਤੂਨਿਸ਼ਟ ਮੁਲਾਂਕਣ ਕਰਨਾ ਹੈ, ਕੋਈ ਆਪਾਂ ਨੇ ਆਬਜੈਕਟ ਟਾਈਪ ਟੈਸਟ ਲੈਣਾ ਮੰਨ ਕੇ ਚੱਲੋ ਹਨਾ। ਤਾਂ ਉਸ ਦੇ ਵਿੱਚ ਕੀ ਹੋਣਾ ਚਾਹੀਦਾ ਹੈ, ਵਸਤੂਨਿਸ਼ਟ ਤੇ ਆਲੋਚਨਾਤਮਕਤਾ, ਜਾਂ ਫਿਰ ਬੋਧਾਤਮਕ ਤੇ ਵਿਵਹਾਰਿਕ, ਭਰੋਸੇਯੋਗ ਤੇ ਵੈਧ, ਜਾਂ ਫਿਰ ਚੌਥੀ ਆਪਸ਼ਨ ਹੈ ਉਪਰੋਕਤ ਸਾਰੇ। ਤਾਂ ਸਭ ਤੋਂ ਬੈਸਟ ਕੀ ਹੈ ਆਪਣੇ ਕੋਲ ਕਿ ਆਪਾਂ ਉਪਰੋਕਤ ਸਾਰੇ ਵਾਲੀ ਹੀ ਆਪਸ਼ਨ ਸਿਲੈਕਟ ਕਰੀਏ। ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਫੋਰਥ ਆਪਸ਼ਨ ਹੋ ਜਾਵੇਗਾ। ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਨੂੰ ਸਮਝਦੇ ਹਾਂ ਸੱਜੇ ਹੱਥੋਂ। ਭਾਸ਼ਾ ਕੌਸ਼ਲ ਦੇ ਸੰਦਰਭ ਵਿੱਚ ਕਿਹੜਾ ਕਥਨ ਸਹੀ ਨਹੀਂ ਪੁੱਛਿਆ ਇਹਨਾਂ ਨੇ, ਕਿਹੜਾ ਕਥਨ ਸਹੀ ਨਹੀਂ ਹੈ ਗਿਆ। ਭਾਸ਼ਾ ਕੌਸ਼ਲ ਦੇ ਵਿਕਾਸ ਵਿੱਚ ਵਿਵਹਾਰ ਦੀ ਤੁਲਨਾ ਵਿੱਚ ਭਾਸ਼ਾ ਦਾ ਸਿਧਾਂਤ ਵਧੇਰੇ ਮਹੱਤਵਪੂਰਨ ਹੈ, ਜਾਂ ਫਿਰ ਬੱਚੇ ਸਿਰਫ ਸੁਣਨ, ਬੋਲਣ, ਪੜ੍ਹਨ ਤੇ ਲਿਖਣ ਦੇ ਕ੍ਰਮ ਵਿੱਚ ਹੀ ਭਾਸ਼ਾ ਸਿੱਖਦੇ ਨੇ। ਸਕੂਲਾਂ ਵਿੱਚ ਪੜ੍ਹਨ ਤੇ ਲਿਖਣ ਕੌਸ਼ਲ ਉੱਪਰ ਬਲ ਦੇਣਾ ਚਾਹੀਦਾ ਹੈ, ਜਾਂ ਫਿਰ ਆਪਸ਼ਨ ਫੋਰਥ ਭਾਸ਼ਾ ਦੇ ਸਾਰੇ ਯਾਨੀ ਚਾਰੇ ਕੌਸ਼ਲ ਆਪਸ ਵਿੱਚ ਸੰਬੰਧਿਤ ਹਨ। ਤਾਂ ਦੇਖੋ ਜੀ, ਇਸ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਫਸਟ ਆਪਸ਼ਨ ਤੇ ਫੋਰਥ ਆਪਸ਼ਨ ਤਾਂ ਬਿਲਕੁਲ ਸਹੀ ਹੈ ਭਾਸ਼ਾ ਕੌਸ਼ਲਾਂ ਦੇ ਬਾਰੇ, ਠੀਕ ਹੈ। ਤੇ ਇਹਨਾਂ ਨੇ ਕਥਨ ਸਹੀ ਨਹੀਂ ਪੁੱਛਿਆ ਸੀ, ਠੀਕ ਹੈ। ਸੁਣਨਾ, ਬੋਲਣਾ, ਪੜ੍ਹਨਾ, ਲਿਖਣਾ, ਇਹਨਾਂ ਦਾ ਕਰਮ ਤਾਂ ਸਹੀ ਹੈ, ਪਰ ਇਹਨਾਂ ਨੇ ਸਿਰਫ ਲਗਾ ਰੱਖਿਆ, ਇਸ ਕਰਕੇ ਇਹ ਨੈਗੇਟਿਵ ਪੁਆਇੰਟ ਦੇ ਚਲਾ ਜਾਂਦਾ ਹੈ। ਤਾਂ ਹੀ ਇਹਨਾਂ ਨੇ ਇਸ ਆਪਸ਼ਨ ਨੂੰ ਰਾਈਟ ਮੰਨਿਆ ਸੀ ਆਫੀਸ਼ੀਅਲੀ ਆਨਸਰ ਕੀ ਦੇ ਅਕੋਰਡਿੰਗ, ਠੀਕ ਹੈ। ਵੈਸੇ ਪੁਆਇੰਟ ਇਹ ਵੀ ਨੈਗੇਟਿਵ ਵਿੱਚ ਚਲਾ ਜਾਂਦਾ ਜੀ, ਆਪਾਂ ਡੀਪ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਕੂਲਾਂ ਵਿੱਚ ਪੜ੍ਹਨ ਤੇ ਲਿਖਣ ਕੌਸ਼ਲ ਉੱਪਰ ਬਲ ਦੇਣਾ ਚਾਹੀਦਾ ਹੈ, ਠੀਕ ਹੈ। ਵੈਸੇ ਹੀ ਪੁਆਇੰਟ ਨੈਗੇਟਿਵ ਵੀ ਜਾ ਸਕਦਾ ਹੈ, ਸਿਰਫ ਵੀ ਪੜ੍ਹਨ ਤੇ ਲਿਖਣ ਕੌਸ਼ਲ ਉੱਪਰ ਜ਼ੋਰ ਕਿਉਂ। ਤਾਂ ਇੱਥੇ ਸਕੂਲਾਂ ਪਾ ਕੇ ਇਹਨਾਂ ਨੇ ਪਤਾ ਕੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ, ਮੈਂ ਤੁਹਾਨੂੰ ਡੀਪ ਦੇ ਵਿੱਚ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਇਦਾਂ ਮੰਨੋ ਵੀ ਬੱਚਾ ਸੁਣਨ ਕੌਸ਼ਲ ਤੇ ਬੋਲਣ ਕੌਸ਼ਲ ਘਰ ਤੋਂ ਹੀ ਵਿਕਸਿਤ ਕਰਿਆ ਆ, ਸਮਝ ਗਏ। ਕਿਉਂਕਿ ਮਾਤ ਭਾਸ਼ਾ ਸੁਣਨੀ ਸਿੱਖ ਗਿਆ, ਮਾਤਾ ਪਿਤਾ ਭੈਣ ਭਰਾ ਉਸ ਦੇ ਆਲੇ ਦੁਆਲੇ ਬੋਲਦੇ ਸੀ, ਉਹ ਸੁਣਨੀ ਸਿੱਖ ਗਿਆ, ਬੋਲਣੀ ਵੀ ਸਿੱਖ ਗਿਆ, ਥੋੜਾ ਜਿਹਾ ਉਚਾਰਨ ਕਰਨਾ ਉਹ ਘਰਾਂ ਤੋਂ ਸਿੱਖਿਆ ਜਾਂਦਾ ਹੈ। ਤਾਂ ਇਸ ਕਰਕੇ ਮੇ ਵੀ ਇਹਨਾਂ ਨੇ ਇਸ ਗੱਲ ਦੇ ਉੱਤੇ ਇੱਥੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਪੜ੍ਹਨ ਤੇ ਲਿਖਣ ਕੌਸ਼ਲ ਉੱਪਰ ਜ਼ੋਰ ਦਿਓ। ਪਰ ਇਹ ਆਪਸ਼ਨ ਆਨਸਰ ਹੋ ਜਾਣਾ ਸੀ ਆਪਣਾ ਜੇ ਇਹਨਾਂ ਨੇ ਇਹ ਗੱਲ ਕਹੀ ਹੁੰਦੀ ਵੀ ਸਕੂਲਾਂ ਵਿੱਚ ਸਿਰਫ ਪੜ੍ਹਨ ਤੇ ਲਿਖਣ ਦੇ ਉੱਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਸਿਰਫ ਨਹੀਂ ਨਾ ਇਹਨਾਂ ਨੇ ਕਿਹਾ, ਇਹਨਾਂ ਨੇ ਸਿੰਪਲ ਗੱਲ ਕਹੀ ਹੈ ਵੀ ਪੜ੍ਹਨ ਤੇ ਲਿਖਣ ਦੇ ਉੱਤੇ ਜ਼ੋਰ ਦੇ ਦਿਓ। ਤਾਂ ਇਸ ਕਰਕੇ ਇਹ ਆਪਸ਼ਨ ਆਪਾਂ ਪੋਜ਼ਿਟਿਵਲੀ ਕਾਊਂਟ ਕਰਾਂਗੇ ਵੀ ਇਹ ਸੰਦਰਭ ਦੇ ਵਿੱਚ ਸਹੀ ਹੋ ਜਾਏਗੀ। ਪਰ ਇੱਥੇ ਇਹਨਾਂ ਨੇ ਸਿਰਫ ਸ਼ਬਦ ਲਿਖ ਕੇ ਕੰਮ ਗਾਲਤਾ, ਠੀਕ ਹੈ ਵੀ ਸਿਰਫ ਕਹਿ ਕੇ ਉਹ ਨੈਗੇਟਿਵਲੀ ਚਲੀ ਗਈ ਵੀ ਸਿਰਫ ਇਹੀ ਚੀਜ਼, ਸਿਰਫ ਇਹੀ ਕਰਮ ਦੇ ਵਿੱਚ ਸਿੱਖ ਜਾਣਗੇ, ਬਾਕੀ ਵੀ ਤਾਂ ਬਹੁਤ ਐਫਰਟਸ ਲਗਾਉਣੀਆਂ ਪੈਣਗੀਆਂ, ਫੇਰ ਭਾਸ਼ਾ ਦਾ ਵਿਕਾਸ ਹੋਏਗਾ ਨਾ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇਹ ਆਪਸ਼ਨ ਨੈਗੇਟਿਵਲੀ ਚਲੀ ਗਈ ਤੇ ਇਹਨੂੰ ਅਸੀਂ ਨਹੀਂ ਵਾਲੀ ਦੇ ਵਿੱਚ ਕਾਊਂਟ ਕਰਾਂਗੇ। ਤਾਂ ਸੈਕੰਡ ਆਪਸ਼ਨ ਸਾਡਾ ਇਸ ਤੇ ਰਾਈਟ ਆਨਸਰ ਹੋ ਜਾਵੇਗਾ। ਪ੍ਰਸ਼ਨ ਨੰਬਰ 95 ਹੈ ਜੀ, ਭਾਸ਼ਾ
ਉਹ ਬੱਚਾ ਉਸ ਭਾਸ਼ਾ ਨੂੰ ਛੇਤੀ ਸਿੱਖਦਾ ਹੈ ਜਿਸ ਦਾ ਵਿਆਕਰਨ ਉਹ ਨਹੀਂ ਜਾਣਦਾ। ਇਹਦਾ ਮਤਲਬ ਮਾਤ ਭਾਸ਼ਾ ਹੋਣੀ, ਮਾਤ ਭਾਸ਼ਾ ਦਾ ਆਪਾਂ ਵਿਆਕਰਨ ਨਹੀਂ ਜਾਣਦੇ ਫਿਰ ਵੀ ਸਿੱਖ ਜਾਂਦੇ ਆ। ਬੱਚਾ ਜੰਮਦਾ ਸਾਰ ਉਹਨੂੰ ਵਿਆਕਰਨ ਥੋੜੀ ਫੜਾ ਦਿੱਤੀ ਜਾਂਦੀ ਹੈ, ਉਹ ਫਿਰ ਵੀ ਆਪਣੇ ਪਰਿਵਾਰ ਚੋਂ, ਫੈਮਿਲੀ ਚੋਂ, ਭੈਣ ਭਰਾ ਤੋਂ ਸਿੱਖ ਕੇ ਆਉਂਦਾ ਹੈ ਭਾਸ਼ਾ। ਠੀਕ ਹੈ, ਤਾਂ ਇਹਦਾ ਮਤਲਬ ਮਾਤ ਭਾਸ਼ਾ ਨੂੰ ਸਿੱਖ ਕੇ ਆਉਂਦਾ ਹੈ। ਤਾਂ ਇਹ ਗੱਲ ਕੌਣ ਆਖਦਾ? ਲਾਰਡ ਮੈਕਾਲੇ ਆਖਦਾ ਹੈ। ਥਰਡ ਆਪਸ਼ਨ ਸਾਡੇ ਇਸ ਤੇ ਕੀ ਹੋ ਜਾਏਗਾ? ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ। ਰੱਟਾ ਲਾਉਣ ਦੀ ਆਦਤ ਕਾਰਨ ਵਿਦਿਆਰਥੀਆਂ ਦੇ ਵਿਕਾਸ ਨੂੰ ਕੀ ਨੁਕਸਾਨ ਪਹੁੰਚਦਾ ਹੈ? ਉਹਨਾਂ ਦੀ ਬੁੱਧੀ ਦਾ ਵਿਕਾਸ ਨਹੀਂ ਹੁੰਦਾ, ਜਾਂ ਫਿਰ ਉਹਨਾਂ ਦਾ ਆਤਮ ਵਿਸ਼ਵਾਸ ਖਤਮ ਹੋ ਜਾਂਦਾ ਹੈ, ਉਹ ਜਮਾਤ ਦੇ ਅਧਿਆਪਨ ਤੋਂ ਅਲੱਗ ਹੋ ਜਾਂਦੇ ਹਨ, ਉਹ ਪੂਰੀ ਤਰ੍ਹਾਂ ਪੜ੍ਹਾਈ ਵੱਲ ਧਿਆਨ ਨਹੀਂ ਦੇ ਪਾਉਂਦੇ। ਜਦੋਂ ਹੁਣ ਉਹਨਾਂ ਨੇ ਰੱਟਾ ਲਾ ਲਿਆ ਤਾਂ ਉਹ ਕਹਿਣਗੇ ਇਸ ਦਾ ਕੁਝ ਆਨਸਰਾਂ ਦੇ ਰੱਟੇ ਲਾ ਲਾਂਗੇ, ਤਾਂ ਉਹ ਸਮਝਦੇ ਹੀ ਨਹੀਂ ਹੈਗੇ, ਤਾਂ ਪੂਰੀ ਤਰ੍ਹਾਂ ਧਿਆਨ ਨਹੀਂ ਦਿੰਦੇ। ਆਪਸ਼ਨ 4 ਸਾਡਾ ਇਸ ਤੇ ਕੀ ਹੋ ਗਿਆ? ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਆਪਾਂ 98 ਨੰਬਰ ਕੁਐਸਚਨ ਨੂੰ ਸਮਝ ਲੈਨੇ ਆ। ਭਾਸ਼ਾ ਦੇ ਅਧਿਆਪਨ ਵਿੱਚ ਆਗਮਨਾਤਮਕ ਵਿਧੀ ਯਾਨੀ ਕਿ ਇੰਡਕਟਿਵ ਮੈਥਡ ਹੈ ਜਿਹੜਾ, ਇਸ ਦਾ ਲਾਭ ਦੱਸਣਾ ਕੀ ਹੋਏਗਾ? ਵਿਦਿਆਰਥੀਆਂ ਨੂੰ ਘਰ ਦਾ ਕੰਮ ਨਹੀਂ ਕਰਨਾ ਪੈਂਦਾ, ਇਹ ਤਾਂ ਨੈਗੇਟਿਵ ਗੱਲ ਹੋ ਗਈ। ਵਿਦਿਆਰਥੀਆਂ ਨੂੰ ਰੱਟਾ ਲਾਉਣ ਦੀ ਆਦਤ ਨਹੀਂ ਪੈਂਦੀ, ਇਹ ਗੱਲ ਸਹੀ ਹੋ ਸਕਦੀ ਹੈ ਨਾ। ਤਾਂ ਥਰਡ ਆਪਸ਼ਨ ਤੇ ਚੱਲਦੇ ਹਾਂ। ਜਮਾਤ ਵਿੱਚ ਅਨੁਸ਼ਾਸਨ ਬਰਕਰਾਰ ਰਹਿੰਦਾ, ਇਹ ਵੀ ਨੈਗੇਟਿਵ ਗੱਲ ਹੋ ਜਾਂਦੀ ਹੈ। ਵਿਦਿਆਰਥੀ ਘੱਟ ਸਮੇਂ ਵਿੱਚ ਵਧੇਰੇ ਪੜ੍ਹ ਸਕਦਾ, ਇਹ ਗੱਲ ਵੀ ਗਲਤ ਹੋ ਜਾਂਦੀ ਹੈ। ਤਾਂ ਆਪਣੇ ਕੋਲ ਸੈਕੰਡ ਆਪਸ਼ਨ ਸਾਡਾ ਰਾਈਟ ਆਨਸਰ ਹੋ ਜਾਊਗਾ ਜੀ। 98 ਦਾ ਰਾਈਟ ਆਨਸਰ ਸੈਕੰਡ ਆਪਸ਼ਨ ਹੈ ਕਿ ਵਿਦਿਆਰਥੀਆਂ ਨੂੰ ਰੱਟਾ ਲਾਉਣ ਦੀ ਆਦਤ ਨਹੀਂ ਪੈਂਦੀ। ਮਤਲਬ ਕਿ ਇੰਡਕਟਿਵਲੀ ਕੀ ਹੈ? ਮਤਲਬ ਉਹ ਪਹਿਲਾਂ ਉਦਾਹਰਨ ਫਿਰ ਰੂਲ ਸਮਝਣਗੇ, ਰੂਲ ਦੇ ਉੱਤੇ ਰੱਟਾ ਨਹੀਂ ਲਾਉਂਦੇ ਕਿਉਂਕਿ ਉਹਨਾਂ ਨੇ ਉਦਾਹਰਨਾਂ ਵੀ ਸਮਝੀਆਂ ਨੇ। ਉਦਾਹਰਨ ਤੋਂ ਜਦੋਂ ਰੂਲ ਵੱਲ ਜਾਣਗੇ, ਐਗਜ਼ਾਮਪਲ ਟੂ ਰੂਲ ਜਾਣਗੇ, ਤਾਂ ਉਹ ਕੀ ਹੋਏਗਾ? ਇੰਡਕਟਿਵ ਮੈਥਡ ਹੋ ਗਿਆ, ਤਾਂ ਉਸ ਦੇ ਵਿੱਚੋਂ ਉਹਨਾਂ ਨੂੰ ਰੱਟਾ ਲਾਉਣ ਦੀ ਆਦਤ ਨਹੀਂ ਪੈਂਦੀ। ਤਾਂ ਇਸ ਤਰ੍ਹਾਂ ਇਹ ਸਾਡਾ ਕੀ ਹੋਗਾ? ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 96। ਜਮਾਤ ਵਿੱਚ ਪੜ੍ਹਾਉਂਦੇ ਸਮੇਂ ਵਿਦਿਆਰਥੀ ਭਾਸ਼ਾ ਬਾਰੇ ਮੁਸ਼ਕਲ ਪ੍ਰਸ਼ਨਾਂ ਦੇ ਸ਼ੰਕੇ ਤੁਹਾਡੇ ਸਾਹਮਣੇ ਰੱਖਦਾ ਹੈ। ਇਹ ਕੁਐਸਚਨ ਮਤਲਬ ਮੈਨੂੰ ਵੱਡਾ ਡਾਊਟਫੁਲ ਜਿਹਾ ਲੱਗਿਆ। ਕਹਿੰਦੇ ਵੀ ਇੱਕ ਵਿਦਿਆਰਥੀ ਨੇ ਕੀ ਕੀਤਾ? ਠੀਕ ਹੈ ਜੀ, ਕੀ ਕੀਤਾ? ਤੁਹਾਡੇ ਸਾਹਮਣੇ ਕੁਝ ਡਾਊਟਸ ਕ੍ਰੀਏਟ ਕਰਤੇ ਵੀ ਇਹ ਤੇ ਸਰ ਸਾਨੂੰ ਡਾਊਟ ਹੈ, ਇਹ ਦੱਸੋ ਜੀ, ਨਹੀਂ ਸਮਝ ਆਇਆ ਸਾਨੂੰ, ਇਦਾਂ ਕਹਿਤਾ ਕਿਸੇ ਨੇ, ਹੈ ਨਾ। ਤਾਂ ਤੁਸੀਂ ਕੀ ਕਰੋਗੇ? ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਗੱਲ ਆਪਾਂ ਕਰਾਂਗੇ ਜੋ ਇਹਨਾਂ ਨੇ ਆਪਸ਼ਨਾਂ 'ਚ ਲਿਖੀਆਂ ਹੋਈਆਂ ਨੇ। ਦੇਖੋ, ਆਪਾਂ ਉਹਨੂੰ ਡਾਂਟ ਕੇ ਤਾਂ ਬਿਠਾ ਨਹੀਂ ਸਕਦੇ, ਇਹ ਤਾਂ ਜਮੀ ਨੈਗੇਟਿਵ ਹੈ। ਉਹਨੂੰ ਪੁਸਤਕ 'ਚੋਂ ਪੜ੍ਹਨ ਲਈ ਵੀ ਨਹੀਂ ਕਹਿ ਸਕਦੇ, ਇਹ ਵੀ ਨੈਗੇਟਿਵ ਹੈ। ਤੁਸੀਂ ਉਹਨਾਂ ਸਾਰੇ ਪ੍ਰਸ਼ਨਾਂ ਦੇ ਸ਼ੰਕਿਆਂ ਨੂੰ ਲਿਖੋਗੇ ਤੇ ਅਗਲੇ ਦਿਨ ਉਹਨਾਂ ਦਾ ਉੱਤਰ ਦਿਓਗੇ, ਜਾਂ ਫਿਰ ਤੁਸੀਂ ਤੁਰੰਤ ਜਾ ਕੇ ਤਿਆਰੀ ਕਰਕੇ ਆਓਗੇ ਤੇ ਉਹਨਾਂ ਦੇ ਸ਼ੰਕਿਆਂ ਦਾ ਨਿਪਟਾਰਾ ਕਰੋਗੇ ਤੇ ਉਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਦਓਗੇ। ਮੈਨੂੰ ਤਾਂ ਦੋਨੇ ਗੱਲਾਂ ਨਹੀਂ ਸਹੀ ਲੱਗੀਆਂ, ਮੈਨੂੰ ਤਾਂ ਕੋਈ ਵੀ ਆਪਸ਼ਨ ਨਹੀਂ ਜੱਚੀ ਇਹਨਾਂ 'ਚੋਂ, ਸਹੀ ਗੱਲ ਦੱਸਾਂ ਤੁਹਾਨੂੰ। ਪਰ ਆਫੀਸ਼ੀਅਲੀ ਆਨਸਰ ਕੀ ਦੇ ਅਕੋਰਡਿੰਗ ਜਿਹੜਾ ਇਹਨਾਂ ਨੇ ਆਨਸਰ ਸਹੀ ਕੀਤਾ ਉਹ ਫਸਟ ਆਪਸ਼ਨ ਨੂੰ ਕੀ ਹੈ ਸਹੀ। ਕਹਿੰਦੇ ਤੁਸੀਂ ਤੁਰੰਤ ਜਾਓਗੇ ਤੇ ਤਿਆਰੀ ਕਰੋਗੇ। ਹੁਣ ਆਪਾਂ ਪੜ੍ਹਾਉਂਦੇ ਹੀ ਭੱਜ ਲਾਂ ਕਲਾਸ 'ਚ, ਕਮਾਲ ਹੈ ਯਾਰ। ਇਹ ਵੀ ਨਹੀਂ ਹੋ ਸਕਦਾ ਨਾ ਜੇ ਆਪਾਂ ਉਹਨਾਂ ਨੂੰ ਲਿਖ ਲਿਆ ਐਂ ਕਹਦੀ ਅਗਲੇ ਦਿਨ ਦੱਸਾਂਗੇ, ਫਿਰ ਆਪਾਂ ਟੀਚਰ ਕਾਹਦੇ ਜੇ ਉਹਦਾ ਡਾਊਟ ਅੱਜ ਹੀ ਨਾ ਕਲੀਅਰ ਕਰ ਪਾਈਏ, ਹੈ ਨਾ। ਤਾਂ ਵੈਸੇ ਤਾਂ ਦੇਖੋ ਬਾਕੀ ਆਪਸ਼ਨਾਂ ਤੋਂ ਕੱਟ ਗਈਆਂ, ਪਹਿਲੀ ਆਪਸ਼ਨ ਲਾਣੀ ਪਊਗੀ, ਪਰ ਪਹਿਲੀ ਵੀ ਕੋਈ ਐਡੀ ਪੋਜ਼ਿਟਿਵ ਨਹੀਂ ਮੈਂ ਲੈ ਕੇ ਚੱਲਦਾ ਅਕੋਰਡਿੰਗ ਟੂ ਮਾਈ ਨੌਲੇਜ। ਠੀਕ ਹੈ, ਬਾਕੀ ਤੁਹਾਡਾ ਕੀ ਕਹਿਣਾ 96 ਨੰਬਰ ਕੁਐਸਚਨ ਬਾਰੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਭਾਸ਼ਾ ਅਭਿਵਿਅਕਤੀ ਅਤੇ ਵਿਚਾਰ ਵਿਅਕਤ ਕਰਨ ਦਾ ਬਿਹਤਰੀਨ ਮਾਧਿਅਮ ਕੀ ਹੈ? ਤਾਂ ਆਪਾਂ ਭਾਸ਼ਾ ਦਾ ਆਦਾਨ ਪ੍ਰਦਾਨ ਕਰੀਏ, ਸਭ ਤੋਂ ਬੈਸਟ ਚੀਜ਼ ਕੀ ਹੈ? ਆਦਾਨ ਪ੍ਰਦਾਨ, ਕਮਿਊਨੀਕੇਸ਼ਨ ਕਰਨਾ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਜੀ, ਭਾਰਤੀ ਬੱਚੇ ਨੂੰ ਡੈਸ਼ ਸਿੱਖਣ ਦੀ ਲੋੜ ਹੈ। ਕੀ ਸਿੱਖਣ ਦੀ ਲੋੜ ਹੈ? ਤਾਂ ਉਹਨਾਂ ਨੂੰ 3 ਭਾਸ਼ਾਵਾਂ ਸਿੱਖਣ ਦੀ ਲੋੜ ਹੈ। ਬਾਰ-ਬਾਰ ਇਹ ਗੱਲ ਕਹੀ ਹੈ। ਜਿਹੜੇ ਕਹਿੰਦੇ ਨੇ ਨਾ ਵੀ ਕੁਐਸਚਨ ਰਿਪੀਟ ਹੁੰਦੇ ਨੇ ਜਾਂ ਨਹੀਂ, ਉਹ ਦੇਖ ਲਓ। ਅੱਜ 3 ਲੈਂਗੁਏਜ ਫਾਰਮੂਲਾ ਦੀ ਗੱਲ ਮੈਂ ਤੁਹਾਡੇ ਨਾਲ ਕਿੰਨੀ ਵਾਰ ਕਰ ਚੁੱਕੇ ਹਾਂ ਵੀ 3 ਲੈਂਗੁਏਜ ਫਾਰਮੂਲਾ ਹੋਇਆ, ਮਲਟੀਲਿੰਗੁਇਜ਼ਮ ਹੋਇਆ, ਇਹਨਾਂ 'ਚੋਂ ਕੁਐਸਚਨ ਬਣੇਗਾ। ਠੀਕ ਹੈ ਜੀ, 3 ਲੈਂਗੁਏਜ ਫਾਰਮੂਲਾ, ਮਲਟੀਲਿੰਗੁਇਜ਼ਮ, ਤਾਂ ਇਹਨਾਂ 'ਚੋਂ ਕੁਐਸਚਨ ਬਣੇਗਾ ਕਿਉਂਕਿ ਟੌਪਿਕ ਵਾਰ-ਵਾਰ ਆ ਰਹੇ ਨੇ ਪੇਪਰਾਂ 'ਚ। ਉਹ ਵਿਚਾਰਾਤਮਕ ਸਿੱਖਿਆ ਹੈ, ਆਪਾਂ ਜਿੰਨੇ ਵੀ ਹੁਣ ਤੱਕ ਕੁਐਸਚਨ ਡਿਸਕਸ ਕੀਤੇ ਨੇ ਸਾਰਿਆਂ 'ਚ ਆਇਆ, ਉਹਦੇ 'ਚੋਂ ਇਹਦੇ 'ਚ ਵੀ ਆਊਗਾ ਕੁਐਸਚਨ। ਠੀਕ ਹੈ, ਤਾਂ ਇਹ 3 ਲੈਂਗੁਏਜ ਫਾਰਮੂਲਾ ਕਿਹਨੇ ਰਿਕਮੈਂਡ ਕੀਤਾ ਸੀ? 1986 ਵਾਲੀ ਸਿੱਖਿਆ ਨੀਤੀ ਨੇ ਵੀ ਰਿਕਮੈਂਡ ਕੀਤਾ ਸੀ, ਕੋਠਾਰੀ ਕਮਿਸ਼ਨ ਨੇ ਵੀ ਰਿਕਮੈਂਡ ਕੀਤਾ ਸੀ। ਤੇ ਜਿਹੜੀ ਹੁਣ ਇਹ ਨੀਤੀ ਆਪਣੀ 20 ਵਾਲੀ, ਇਹ ਕੀ ਆਖਦੀ ਹੈ? ਪਹਿਲਾਂ ਮਾਤ ਭਾਸ਼ਾ ਦੇ ਵਿੱਚ ਪੜਾਓ ਬੱਚੇ ਨੂੰ ਪ੍ਰਾਇਮਰੀ ਪੱਧਰ ਤੱਕ, ਬਾਕੀ ਭਾਸ਼ਾਵਾਂ ਵੀ ਸਿਖਾਉਣ ਦੀ ਗੱਲ ਕਰ ਰਹੀ ਹੈ ਵੀ। ਠੀਕ ਹੈ, ਤਾਂ ਹੇਠ ਲਿਖਿਆਂ ਵਿੱਚੋਂ ਅਧਿਆਪਨ ਦੀ ਵਿਧੀ ਕਿਹੜੀ ਹੈ? ਤਾਂ ਇਹ ਸਾਰੀਆਂ ਵਿਧੀਆਂ ਹੋ ਸਕਦੀਆਂ ਨੇ, ਸਾਰੀਆਂ ਹੋ ਸਕਦੀਆਂ ਨੇ। ਤਾਂ 103 ਦਾ ਆਪਣੇ ਕੋਲ 4th ਆਪਸ਼ਨ ਆ ਜਾਏਗਾ। ਠੀਕ ਹੈ, ਚੋਣ ਵਿਧੀ, ਰੁਚੀ ਵਿਧੀ, ਪ੍ਰੇਰਨਾ ਵਿਧੀ ਸਭ ਹੀ ਹੋ ਸਕਦੀਆਂ ਨੇ। ਨੈਕਸਟ ਹੈ ਜੀ 101 ਨੰਬਰ ਕੁਐਸਚਨ, ਇੱਕ ਸਮਾਵੇਸ਼ੀ ਜਮਾਤ ਵਿੱਚ ਭਾਸ਼ਾ ਅਧਿਆਪਨ ਦੀ ਇੱਕ ਚੁਣੌਤੀ ਕੀ ਹੋ ਸਕਦੀ ਹੈ? ਦੱਸੋ ਜੀ। ਜਿਹੜਾ ਮਹੱਤਵ ਮਾਹੌਲ ਹੈ ਉਸ ਨੂੰ ਬਣਾਉਣ ਦੇ ਵਿੱਚ ਅਸਮਰੱਥ ਹੋਣਾ, ਇਹ ਇੱਕ ਚੁਣੌਤੀ ਹੋ ਸਕਦੀ ਹੈ। ਫਸਟ ਆਪਸ਼ਨ ਸਾਡਾ ਰਾਈਟ ਆਨਸਰ ਹੋ ਜਾਏਗਾ।
ਭਾਸ਼ਾਈ ਅਧਿਆਪਨ ਵਿੱਚ ਸ਼ਰਵਣ ਦ੍ਰਿਸ਼ ਸਮੱਗਰੀ ਜਿਹੜੀ ਸ਼ਰਵਣ ਮਤਲਬ ਸੁਣਨਾ, ਠੀਕ ਹੈ ਵੀ ਸੁਣ ਕੇ ਗ੍ਰਹਿਣ ਕਰਕੇ, ਗ੍ਰਹਿਣ ਕਰ ਰਹੇ ਨਾਲ ਤਾਂ ਵਿਦਿਆਰਥੀ ਹਨਾ, ਸ਼ਰਵਣ ਮਤਲਬ ਸੁਣ ਰਿਹਾ ਹੈ ਤੇ ਦ੍ਰਿਸ਼ ਵੀ ਦੇਖ ਰਿਹਾ ਹੈ, ਠੀਕ ਹੈ ਦੇਖ ਰਿਹਾ ਹੈ ਸੁਣ ਰਿਹਾ ਹੈ ਤਾਂ ਉਹਦਾ ਉਚਾਰਨ ਜਿਹੜਾ ਉਹ ਸ਼ੁੱਧ ਕਰਨ ਲਈ ਬੈਸਟ ਹੋਏਗੀ। ਜਦੋਂ ਉਹ ਚੀਜ਼ਾਂ ਨੂੰ ਸੁਣੇਗਾ ਧਿਆਨ ਨਾਲ ਤਾਂ ਫਿਰ ਉਹ ਚੀਜ਼ਾਂ ਨੂੰ ਬੋਲੇਗਾ ਵੀ ਧਿਆਨ ਨਾਲ, ਤਾਂ 104 ਦਾ ਰਾਈਟ ਆਨਸਰ ਆਪਣੇ ਕੋਲ ਫਸਟ ਆਪਸ਼ਨ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਮਾਂ ਬੋਲੀ ਅਧਿਆਪਨ ਦੇ ਗਿਆਨ ਦਾ ਉਦੇਸ਼ ਨਹੀਂ ਹੈਗਾ ਮਾਂ ਬੋਲੀ ਦੇ ਅਧਿਆਪਨ ਦਾ। ਤਾਂ ਮਾਂ ਬੋਲੀ ਦੇ ਵਿੱਚ ਉਚਾਰਨ ਦੀ ਕਮੀ ਨਹੀਂ ਵਿਦਿਆਰਥੀ ਨੂੰ ਆਉਂਦੀ ਤਾਂ ਇਹ ਅਧਿਆਪਕ ਲਈ ਇੱਕ ਉਦੇਸ਼ ਨਹੀਂ ਬਣਦਾ, ਕਿਉਂਕਿ ਹੁਣ ਮਾਂ ਬੋਲੀ ਤਾਂ ਬੱਚਾ ਘਰੋਂ ਹੀ ਸਿੱਖਿਆ ਆ, ਘਰੋਂ ਸਹੀ ਬੋਲਣਾ ਸਿੱਖ ਕੇ ਆਇਆ ਹੋਣਾ ਜਾਂ ਉਵੇਂ ਬੋਲਣਾ ਸਿੱਖ ਕੇ ਆਇਆ ਹੋਣਾ ਜਿਵੇਂ ਉਸਦੇ ਮਾਂ-ਬਾਪ ਬੋਲਦੇ ਤਾਂ ਉਦਾਂ ਦਾ ਹੀ ਬੋਲੇਗਾ। ਇਹਨੂੰ ਸੁਧਾਰਨਾ, ਠੀਕ ਹੈ ਉਚਾਰਨ ਮਤਲਬ ਬੱਚੇ ਦੇ ਉਚਾਰਨ ਦੇ ਉੱਤੇ ਧਿਆਨ ਦੇਣਾ, ਇਹ ਉਦੇਸ਼ ਟੀਚਰ ਨਹੀਂ ਮੰਨ ਕੇ ਚੱਲਦਾ, ਕਿਉਂਕਿ ਉਹ ਕੀ ਮੰਨ ਕੇ ਚੱਲਦੇ ਵੀ ਉਚਾਰਨ ਤਾਂ ਇਹ ਆਲਰੇਡੀ ਸਿੱਖ ਕੇ ਹੀ ਆਇਆ, ਬੋਲਣੀ ਤਾਂ ਇਹ ਸਿੱਖ ਕੇ ਹੀ ਆਇਆ। ਤਾਂ ਉਪਚਾਰਾਤਮਕ ਸਿੱਖਿਆ ਵਿਧੀ ਆ ਗਿਆ ਨਾ, ਉਪਚਾਰਾਤਮਕਤਾ ਦੇ ਵਿੱਚੋਂ ਹਰ ਵਾਰ ਕੁਐਸਚਨ ਆ ਰਿਹਾ ਹੈ, ਠੀਕ ਹੈ ਉਪਚਾਰਾਤਮਕ ਸਿੱਖਿਆ ਵਿਧੀ ਯਾਨੀ ਕਿ ਰਿਮੀਡੀਅਲ ਟੀਚਿੰਗ ਆਪਾਂ ਕਹਿ ਸਕਾਂਗੇ ਇਹਨੂੰ, ਠੀਕ ਹੈ। ਤਾਂ ਸਮੱਸਿਆ ਦੀ ਪਛਾਣ ਕਰਨ ਦੀ ਮੁਸ਼ਕਲ ਦੇ ਪੱਧਰ ਨੂੰ ਵਧਾਉਂਦੀ ਹੈ, ਇਹ ਸਮੱਸਿਆ ਹੱਲ ਕਰਨ ਵਿੱਚ ਸਫਲ ਬਣਾਉਂਦੀ ਹੈ, ਸਮੱਸਿਆ ਨੂੰ ਬੇਤਰਤੀਬੀ ਨਾਲ ਪੇਸ਼ ਕਰਦੀ ਹੈ, ਸਮੱਸਿਆ ਲਈ ਭਾਸ਼ਾ ਸਿਧਾਂਤ ਦੀ ਜਾਣਕਾਰੀ ਦਿੰਦੀ ਹੈ। ਤਾਂ ਦੱਸੋ ਜੀ ਪਛਾਣ ਕਰਨ ਦੀ ਮੁਸ਼ਕਲ ਵਧਾਉਂਦੀ ਹੈ, ਹੱਲ ਵਾਲਾ ਸਹੀ ਹੋਏਗਾ, ਠੀਕ ਹੈ। ਤਾਂ ਸਮੱਸਿਆ ਹੱਲ ਕਰਨ ਵਿੱਚ ਸਫਲ ਬਣਾਉਂਦੀ ਹੈ, ਸੈਕੰਡ ਆਪਸ਼ਨ ਸਾਡਾ ਇਸ ਤੇ ਰਾਈਟ ਆਨਸਰ ਹੋ ਜਾਏਗਾ। ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਜਿਹੜੀ ਉਪਚਾਰਾਤਮਕ ਵਿਧੀ ਹੈ ਨਾ ਇਹ ਹੱਲ ਕਰਦੀ ਹੈ, ਡਾਕਟਰ ਇਲਾਜ ਕਰਦਾ ਹੈ ਨਾ, ਦਵਾਈ ਦੇਤੀ ਡਾਕਟਰ ਨੇ, ਉਹ ਉਪਚਾਰ ਕੀਤਾ ਉਹਨੇ ਕੀ ਕੀਤਾ ਹੱਲ ਕੀਤਾ, ਉਪਚਾਰ ਕੀਤਾ, ਇਲਾਜ ਕੀਤਾ, ਠੀਕ ਹੈ। ਤੇ ਨਿਦਾਨਾਤਮਕਤਾ ਕੀ ਸੀ ਚੈੱਕਅਪ ਕਰਨਾ, ਠੀਕ ਹੈ ਟੈਸਟ ਲਿਆ ਜਾ ਰਿਹਾ ਤਾਂ ਕਿ ਬੱਚੇ ਦੀਆਂ ਕਮੀਆਂ ਨੂੰ ਪਤਾ ਲਗਾਇਆ ਜਾ ਸਕੇ, ਉਹ ਨਿਦਾਨਾਤਮਕ ਯਾਨੀ ਕਿ ਡਾਇਗਨੋਸਟਿਕ ਹੈ। ਤੇ ਉਪਚਾਰਾਤਮਕ ਵਿਧੀ ਕੀ ਹੈ ਜੀ ਹੱਲ ਕਰਨਾ, ਸਮੱਸਿਆ ਦਾ ਹੱਲ ਕਰਨਾ, ਇਲਾਜ ਕਰਨਾ, ਠੀਕ ਹੈ। ਤੇ ਇਸ ਤੋਂ ਬਾਅਦ ਹੈ ਜੀ ਅੱਗੇ ਪੈਰਾ ਦਿੱਤਾ ਗਿਆ ਹੈ, ਇਸ ਪੈਰੇ ਨੂੰ ਪੜ੍ਹ ਕੇ ਅਸੀਂ ਨੇ ਕੁਝ ਕੁਐਸਚਨ ਜਿਹੜੇ ਆਨਸਰ ਨੇ ਉਹ ਦੇਣੇ ਨੇ। ਤਾਂ ਸੱਜੇ ਹੱਥੋਂ ਕੁਐਸਚਨ ਚੱਕ ਲੈਣੇ ਆ, ਕਲਾ ਲਈ ਸਿਧਾਂਤ ਵਾਲੇ ਸਾਹਿਤ ਦਾ ਕੀ ਮਨੋਰਥ ਦੱਸਦੇ ਹਨ। ਜਿਹੜੇ ਕਹਿੰਦੇ ਨੇ ਵੀ ਕਲਾ ਲਈ ਉਹ ਕੀ ਮਤਲਬ ਉਦੇਸ਼ ਇਸ ਦਾ ਮੰਨ ਕੇ ਚੱਲਦੇ ਨੇ, ਇਹ ਤੁਸੀਂ ਨੇ ਦੱਸਣਾ ਹੈ ਪੈਰੇ ਦੇ ਅਕੋਰਡਿੰਗ। ਤਾਂ ਪਹਿਲੇ ਚੋਂ ਇਹ ਚੀਜ਼ ਆਪਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਕਲਾ ਲਈ ਪੈਰੇ ਚੋਂ ਇਹ ਗੱਲ ਲੱਭੋ ਕਿੱਥੇ ਕਿ ਲਿਖੀ ਹੋਈ ਹੈ, ਇਹ ਰਿਹਾ ਕਲਾ ਲਈ ਦੇ ਸਿਧਾਂਤ ਵਾਲੇ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਸਾਹਿਤ ਨੂੰ ਨਿਰੋਲ ਸੂਝ ਸੁਧਾਰ ਉਤਪੰਨ ਕਰਨ ਤੋਂ ਬਿਨਾਂ ਹੋਰ ਕੋਈ ਉਚੇਰਾ ਕਰਮ ਨਹੀਂ ਕਰਨਾ ਚਾਹੀਦਾ। ਤਾਂ ਇੱਥੇ ਆਪਣੇ ਕੋਲ ਆ ਗਿਆ ਜੀ ਆਪਸ਼ਨ 4 ਸਾਡਾ ਰਾਈਟ ਆਨਸਰ ਹੋ ਗਿਆ। ਸਾਹਿਤ ਜਨਤਾ ਦੀ ਕੀ ਹੈ, ਸਾਹਿਤ ਜਿਹੜਾ ਉਹ ਜਨਤਾ ਦੀ ਕੀ ਹੈ ਡੰਗੋਰੀ ਹੈ, ਲਾਸਟ ਲਾਈਨ ਦੇ ਵਿੱਚ ਲਿਖਿਆ ਹੋਏਗਾ। ਤਾਂ ਆਪਣੇ ਕੋਲ ਕੀ ਹੋ ਗਿਆ ਜੀ ਥਰਡ ਆਪਸ਼ਨ ਸਾਡਾ ਰਾਈਟ ਆਨਸਰ ਹੋ ਗਿਆ। ਇਸ ਤੋਂ ਬਾਅਦ ਹੈ ਜੀ ਸੂਝ ਕਲਾ ਕਿਸ ਨੂੰ ਆਖਿਆ ਗਿਆ ਹੈ। ਤਾਂ ਸੂਝ ਕਲਾ ਇਸ ਦੇ ਵਿੱਚ ਸਾਹਿਤ ਨੂੰ ਆਖਿਆ ਗਿਆ। ਉਪਰੋਕਤ ਪੈਰੇ ਦਾ ਕਥਨ ਕੀ ਹੋਏਗਾ ਸਾਹਿਤ ਕੀ ਹੈ, ਠੀਕ ਹੈ ਜੀ। ਤੇ ਸਮਾਸੀ ਸ਼ਬਦ ਸੂਝ ਸਵਾਦ ਸਮਾਸੀ ਸ਼ਬਦ ਦੇਖੋ ਇੱਥੇ ਕੀ ਕਰ ਰਹੇ ਨੇ ਇਹ ਮਤਲਬ ਕਿ ਤੁਹਾਨੂੰ ਉਲਝਾਉਣ ਦੇ ਲਈ ਸਾਰਿਆਂ ਦੇ ਵਿਚਕਾਰ ਜੋੜਨੀ ਪਾ ਰਹੇ ਨੇ। ਜੋੜਨੀ ਦਾ ਜਿਹੜਾ ਇਹ ਚਿੰਨ੍ਹ ਹੈ ਸਾਰਿਆਂ ਦੇ ਵਿਚਕਾਰ ਪਾਇਆ ਜਾ ਰਿਹਾ ਹੈ ਨਾ ਸਾਰੇ ਸ਼ਬਦਾਂ ਦੇ ਵਿਚਕਾਰ। ਪਰ ਮੈਂ ਤੁਹਾਨੂੰ ਕੀ ਕਿਹਾ ਸੀ ਵੀ ਧੱਕੇ ਨਾਲ ਪਾਣਗੇ, ਇਹ ਧੱਕੇ ਨਾਲ ਨਹੀਂ ਹੋਣਾ ਚਾਹੀਦਾ, ਜਸਟ ਸਿੰਪਲੀ ਹੋਣਾ ਚਾਹੀਦਾ। ਜਿਵੇਂ ਕਿ ਇੱਥੇ ਦੇਖੋ ਤੁਸੀਂ ਜਦੋਂ ਆਪਾਂ ਸੂਝ ਸਵਾਦ ਸ਼ਬਦ ਪੈਰੇ 'ਚ ਪੜਿਆ ਉੱਥੇ ਵੀ ਪਾਇਆ ਹੋਇਆ ਸੀ, ਇਹਦਾ ਮਤਲਬ ਰੀਅਲਟੀ ਦੇ ਵਿੱਚ ਸੂਝ ਤੇ ਸਵਾਦ ਦੇ ਵਿੱਚ ਜੋੜਨੀ ਪੈਂਦੀ ਹੈ। ਜੋੜਨੀ ਵਾਲਾ ਹੀ ਕੀ ਹੋ ਗਿਆ ਆਪਣੇ ਕੋਲ ਸਮਾਸੀ ਸ਼ਬਦ ਹੋ ਗਿਆ, ਠੀਕ ਹੈ ਜੀ। ਇਸ ਤੋਂ ਬਾਅਦ ਹੈ ਜੀ ਸਾਹਿਤ ਸ਼ਬਦ ਦਾ ਬਹੁਵਚਨ ਕੀ ਹੋਏਗਾ। ਇਸ ਦਾ ਬਹੁਵਚਨ ਆਪਾਂ ਸਾਹਿਤ ਹੀ ਲੈ ਕੇ ਚੱਲਾਂਗੇ। ਆਪਸ਼ਨ ਫਸਟ ਸਾਡਾ ਰਾਈਟ ਆਨਸਰ ਹੋ ਜਾਏਗਾ। ਗੁਪਤ ਦਾ ਅਰਥ ਕੀ ਹੁੰਦਾ ਗੁੱਜਾ। ਗੁਪਤ ਦਾ ਅਰਥ ਕੀ ਹੁੰਦਾ ਜੀ ਗੁੱਜਾ। ਪਰ ਇੱਕ ਗੱਲ ਹੋਰ ਵੀ ਯਾਦ ਕਰੋ, ਗੁਪਤ ਦਾ ਤੁਸੀਂ ਵਿਰੋਧੀ ਸ਼ਬਦ ਵੀ ਯਾਦ ਕਰ ਲਓ। ਗੁਪਤ ਦਾ ਵਿਰੋਧੀ ਸ਼ਬਦ ਕੀ ਹੁੰਦਾ ਜੀ ਪ੍ਰਗਟ, ਠੀਕ ਹੈ ਜੀ। ਪ੍ਰਗਟ ਇਸ ਦਾ ਕੀ ਹੁੰਦਾ ਹੈ ਪ੍ਰਤੱਖ ਕਹਿ ਲਓ, ਪ੍ਰਗਟ ਕਹਿ ਲਓ। ਤਾਂ ਇਹ ਕੀ ਹੋ ਗਿਆ ਜਿਸ ਦਾ ਵਿਰੋਧੀ ਸ਼ਬਦ ਹੋ ਗਿਆ, ਕਈ ਵਾਰ ਪੁੱਛਿਆ ਜਾ ਸਕਦਾ ਹੈ, ਠੀਕ ਹੈ। ਤੇ ਸ਼ੁਭ ਸ਼ਬਦ ਦਾ ਵਿਰੋਧੀ ਸ਼ਬਦ ਪੁੱਛ ਲਿਆ ਅੱਗੇ ਇਹਨਾਂ ਨੇ। ਸ਼ੁਭ ਦਾ ਵਿਰੋਧੀ ਸ਼ਬਦ ਕੀ ਹੋਏਗਾ ਅਸ਼ੁਭ ਹੋਏਗਾ। ਤੇ ਸ਼ੁਭ ਦਾ ਅਰਥ ਮਤਲਬ ਇਸ ਸਮਾਨ ਅਰਥ ਕੀ ਹੋ ਜਾਊਗਾ ਚੰਗਾ ਵਧੀਆ, ਠੀਕ ਹੈ। ਵੀ ਮਤਲਬ ਕਹਿ ਸਕਦੇ ਹਾਂ ਚੰਗਾ ਕਹਿ ਸਕਦੇ ਹਾਂ, ਵਧੀਆ ਕਹਿ ਸਕਦੇ ਹਾਂ, ਉੱਤਮ ਵੀ ਕਹਿ ਸਕਦੇ ਹਾਂ, ਠੀਕ ਹੈ। ਤੇ ਇਸ ਤੋਂ ਬਾਅਦ ਹੈ ਜੀ ਸਾਹਿਤ ਲਿਖਤਾਂ ਦਾ ਹੋਰ ਲਿਖਤਾਂ ਨਾਲ ਵਧੇਰੇ ਕੀ ਹੈ। ਤਾਂ ਇਸ ਦੇ ਵਿੱਚ 114 ਦੇ ਵਿੱਚ ਜੋ ਰਾਈਟ ਆਨਸਰ ਆਪਣਾ ਹੋਏਗਾ ਇਹ ਹੋ ਜਾਏਗਾ ਕਿ ਸੂਝ ਸਵਾਦ ਹੋਣਾ, ਠੀਕ ਹੈ ਜੀ। ਆਪਸ਼ਨ ਫਸਟ ਰਾਈਟ ਆਨਸਰ ਹੋ ਜਾਏ। ਪੈਰੇ ਦੇ ਅਕੋਰਡਿੰਗ ਇਸੇ ਆਨਸਰ ਟੈਨਸ਼ਨ ਲਓ, ਠੀਕ ਹੈ। ਤਾਂ ਅੱਗੇ ਆਪਣੇ ਕੋਲ ਇੱਕ ਪੈਰਾ ਦਿੱਤਾ ਗਿਆ। ਇਹ ਜੋ ਪੈਰਾ ਹੈਗਾ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਹੈ ਜੀ,
ठीक है। कंडियाली थोर दे विचों लिया गया पैरा। ते राजियां दा जाया तुक तो की भाव है? राजियां दा जाया जिहड़ी तुक है इस तो की भाव, इहदे च आपां पढ़दे हां। राजियां देखो, मैं राजे दी वर्दी अड़िया तू राजे दा जाया। राजे दा जाया दा अर्थ कि भी तू राजे दा पुत्र है। वर्दी दा अर्थ कि मैं दासी हाँ, भी राजे दी मैं दासी हाँ, मैं तो उत्थे सेवा करन वाली हाँ, सेविका। ठीक है, पर तू की है? जाया मतलब कि पुत्र है। ठीक है, जाई मतलब धी हुंदा है। ठीक है, जाया मतलब पुत्र हुंदा है। तो उपरोक्त सतरां विच शब्द आए ने जेठ ते साउन। जेठ ते साउन की ने जी? सिंपल जी गल है कि ने देसी महीने ने जेठ ते साउन। तो ऑप्शन फस्ट साडा राइट आंसर हो गया। तो इस तो बाद इधर एक खब्बे हत्थ जो क्वेश्चन है, उपरोक्त काव टुकड़ी शिव कुमार की किहड़ी कविता विचों लई गई है? तो शिव कुमार बटालवी की रचना मैं तुहानूं ऑलरेडी दस चुके हाँ कि रचना का की नाम है जी? कंडियाली थोर। ठीक है, वैसे सारिया रचनावां टिल्ली चिड़ी लूणा ते मैनूं विदा करो सारियां ही शिव कुमार बटालवी दी रचनावां ने। ठीक है, पर इन्हां दे विचों कंडियाली थोर दे विचों यह पैरा लिया गया है। ठीक है, तो लूणा जी शिव कुमार बटालवी सब तो उत्तम रचना है, जिसके लिए इन्हूं साहित्य अकादमी पुरस्कार भी मिल चुके हैं। इस तो बाद असीं डिस्कस करते हैं जी नैक्सट क्वेश्चन जो अपने कोल है, चन्न चढ़िया द्यों वेले। द्यों का अर्थ की है इत्थे? दिन वेले। ठीक है, तो ऑप्शन सैकंड साडा राइट आंसर इस हो जाएगा। उपरोक्त काव्य सतरां च वर्दी शब्द का की अर्थ है? इसका अर्थ है दासी। मैं तुहानूं ऑलरेडी दस चुकी हैं, वर्दी है मतलब कि दासी, जो सेविका होंदी है ना काम करने वाली, उन्होंने अपन दासी आखांगे, है ना। तो इस तो बाद है जी काव्य टुकड़ी में संबोधन करता किस दा वास्ता पा रहा है? वह प्यार का वास्ता पा रहा है। आप पहले इनू डिस्कस भी कर लें। तो पहले देखो कितने गल लिखी हुई, मैं राजे दी वर्दी अड़िया तू राजे दा जाया, तोहन दस भी मोहरा सामी मुल दे खोलन धेले, सिखर दुपहरां जेठ धीआं दियां, साउन किवें मैं आखां, चौही कूटी भावें लगन लख धीआं दे मेले, तेरी मेरी प्रीत दा अड़िया ओही ओ हाल सो होया, जो चकमी पहचान ना सके चन्न चढ़िया दो वेले। मतलब सिंपल समझना पएगा, वैसे ये नहीं रियलिटी के अपन किते भी मैंशन है ना, तो अपन जस्ट समझना पएगा की कर रहे हैं, वो प्यार का वास्ता पा रहे हैं। तो 120 का राइट आंसर अपने को ऑप्शन थर्ड हो जाएगा। तो दोस्तों इस तरीके यह क्वेश्चन पेपर के जो 30 क्वेश्चन से डिस्कस कर लए हैं। तो इस तो बाद सैकेंड लैंगुएज जी आप नैक्सट क्लास 121 तो 150 तक के क्वेश्चन नैक्सट क्लास डिस्कस करांगे।